ਪਰ ਪਿਆਰੇ ਬੱਚਿਓ, ਅੱਜ ਅਸੀਂ ਗੱਲ ਕਰਾਂਗੇ ਐਨਟੀਐਸਸੀ ਦੇ ਸਿਲੇਬਸ ਬਾਰੇ। ਐਨਟੀਐਸਸੀ ਦੇ ਸਿਲੇਬਸ ਦੇ ਵਿੱਚ ਸਾਡੇ ਕੋਲ ਇੱਕ ਟੌਪਿਕ ਹੈਗਾ ਟ੍ਰਾਇੰਗਲ, ਜਿਹੜਾ ਕਿ ਅਸੀਂ 2 ਨਵੰਬਰ ਤੋਂ ਲੈ ਕੇ 4 ਨਵੰਬਰ ਦੇ ਵਿੱਚ ਕੰਪਲੀਟ ਕਰਾਂਗੇ। ਉਸ ਦੇ ਨਾਲ ਸੰਬੰਧਿਤ ਜਿੰਨੀਆਂ ਵੀ ਵੀਡੀਓਜ਼ ਹੈ ਤੁਹਾਨੂੰ ਅਸੀਂ ਸੈਂਡ ਕਰਾਂਗੇ। ਅੱਜ ਅਸੀਂ ਗੱਲ ਕਰਦੇ ਹਾਂ ਜਿਹੜਾ ਟੌਪਿਕ ਹੈ ਟ੍ਰਾਇੰਗਲਜ਼। ਪਿਛਲੇ ਐਨਟੀਐਸਸੀ ਦੇ ਜਿੰਨੇ ਵੀ ਪੇਪਰ ਹੋਏ ਹੈ ਉਹਨਾਂ ਦੇ ਵਿੱਚ ਜਿਹੜੇ ਕੁਐਸਚਨ ਅਸੀਂ ਆਏ ਹੋਏ ਆ ਪਹਿਲਾਂ ਐਗਜ਼ਾਮ ਦੇ ਵਿੱਚ, ਅਸੀਂ ਉਹਨਾਂ ਦੀ ਵੀ ਰਿਵੀਜ਼ਨ ਕਰਾਂਗੇ। ਇਹਨਾਂ ਨੂੰ ਕਰਨ ਤੋਂ ਪਹਿਲਾਂ ਅਸੀਂ ਕੀ ਕਰਦੇ ਹਾਂ, ਇਸ ਚੈਪਟਰ ਬਾਰੇ ਜਿਹੜਾ 10ਵੀਂ ਕਲਾਸ ਦੇ ਵਿੱਚ ਜਿਹੜਾ ਆਪਣਾ 6th ਚੈਪਟਰ ਹੈ, ਇਸ ਦੇ ਬਾਰੇ ਆਪਾਂ ਪੜ੍ਹਦੇ ਹਾਂ। ਥੋੜਾ ਆਪਾਂ ਪਹਿਲਾਂ ਰਿਵੀਜ਼ਨ ਕਰਦੇ ਹਾਂ ਕਿਸ ਤਰ੍ਹਾਂ ਦੇ ਉਹਦੇ ਵਿੱਚ ਥਿਓਰਮਜ਼ ਨੇ, ਕਿਸ ਤਰ੍ਹਾਂ ਉਹਨਾਂ ਨੂੰ ਅਸੀਂ ਅਪਲਾਈ ਕਰਨਾ ਹੈ, ਫਿਰ ਇਹਨਾਂ ਦੇ ਆਪਾਂ ਮਲਟੀਪਲ ਚੋਇਸ ਕੁਐਸਚਨ ਨੂੰ ਸੋਲਵ ਕਰਾਂਗੇ। ਤਾਂ ਆਓ ਅੱਜ ਹੁਣ ਆਪਾਂ ਸ਼ੁਰੂ ਕਰਦੇ ਹਾਂ। ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਟ੍ਰਾਇੰਗਲਜ਼। ਇਸ ਦੇ ਵਿੱਚ ਸਭ ਤੋਂ ਪਹਿਲਾਂ ਇਸ ਚੈਪਟਰ ਦੇ ਵਿੱਚ ਇੱਕ ਥਿਓਰਮ ਹੈ ਆਪਣੇ ਕੋਲੇ ਟ੍ਰਾਇੰਗਲਜ਼ ਵਾਲੇ ਚੈਪਟਰ ਦੇ ਵਿੱਚ। 6th ਚੈਪਟਰ ਆਪਣੇ ਕੋਲੇ 10th ਕਲਾਸ ਦਾ। ਇਸ ਦੇ ਵਿੱਚ ਜਿਹੜੀ ਪਹਿਲੀ ਥਿਓਰਮ ਸਾਡੇ ਕੋਲ ਹੈ, ਥੇਲਜ਼ ਥਿਓਰਮ ਵੀ ਅਸੀਂ ਕਹਿ ਦਿੰਦੇ ਹਾਂ, ਬੇਸਿਕ ਪ੍ਰੋਪੋਰਸ਼ਨੈਲਿਟੀ ਥਿਓਰਮ। ਇਸ ਦੇ ਵਿੱਚ ਕੀ ਹੈ, ਦੇਖੋ ਦੀ ਸਟੇਟਮੈਂਟ ਕੀ ਹੈ, ਇਫ ਏ ਲਾਈਨ ਡਰਾਨ ਪੈਰਲਲ ਟੂ ਵਨ ਸਾਈਡ ਆਫ ਏ ਟ੍ਰਾਇੰਗਲ to intersect the other two sides in distinct points, the sides are divided in the same ratio। ਇਸ ਦੇ ਵਿੱਚ ਕੀ ਕਿਹਾ ਹੋਇਆ ਹੈ ਵੀ ਸਾਨੂੰ ਜੇ ਕੋਈ ਕਿਸੇ ਤ੍ਰਿਭੁਜ ਦੇ ਵਿੱਚ, ਕਿਸੇ ਟ੍ਰਾਇੰਗਲ ਦੇ ਵਿੱਚ ABC ਆਪਣੇ ਕੋਲ ਇੱਕ ਟ੍ਰਾਇੰਗਲ ਹੈ, ਇਸ ਦੇ ਵਿੱਚ ਆਪਾਂ ਇੱਕ ਸਾਈਡ ਦੇ ਪੈਰਲਲ, BC ਸਾਈਡ ਦੇ ਪੈਰਲਲ ਇੱਕ ਲਾਈਨ ਡਰਾ ਕਰਦੇ ਹਾਂ। ਮੰਨ ਲਓ DE ਜਿਹੜੀ ਲਾਈਨ ਹੈ ਅਸੀਂ ਡਰਾ ਕੀਤੀ ਹੈ BC ਦੇ ਪੈਰਲਲ, ਤਾਂ DE ਜਿਹੜੀ ਰੇਖਾ ਸਾਡੇ ਕੋਲ ਉਹ BC ਦੇ ਕੀ ਹੈ, ਪੈਰਲਲ ਹੈ। ਤਾਂ ਇਸ ਤੋਂ ਇੱਕ ਰਿਜ਼ਲਟ ਨਿਕਲ ਕੇ ਆਉਂਦਾ ਹੈ ਥੇਲਜ਼ ਥਿਓਰਮ ਦੇ ਅਨੁਸਾਰ। ਤਾਂ ਰਿਜ਼ਲਟ ਕੀ ਹੈ, ਤਾਂ ਜਿਹੜੀਆਂ ਦੋ ਬਾਕੀ ਦੀਆਂ ਸਾਈਡਾਂ ਉਹਨਾਂ ਦਾ ਜਿਹੜਾ ਰੇਸ਼ੋ ਹੈ ਉਹ ਦੋ ਰੇਸ਼ੋ, ਪਹਿਲੀ ਸਾਈਡ ਕਿਸ ਰੇਸ਼ੋ 'ਚ ਵੰਡੀ ਗਈ, AD/DB, ਔਰ ਦੂਸਰੀ ਜਿਹੜੀ ਸਾਡੇ ਕੋਲੇ ਸਾਈਡ ਹੈ ਉਹ ਵੰਡੀ ਗਈ ਸਾਡੇ ਕੋਲ AE/EC। ਤਾਂ ਇਹਨਾਂ ਦੋਨਾਂ ਦਾ ਜਿਹੜਾ ਰੇਸ਼ੋ ਹੈ ਉਹ ਕੀ ਹੋਏਗਾ, ਬਰਾਬਰ ਹੋਏਗਾ। ਪਹਿਲਾ ਸਾਡੇ ਕੋਲੇ ਇਹ ਰਿਜ਼ਲਟ ਹੈ ਇਸ ਥਿਓਰਮ ਤੋਂ ਜਿਹੜਾ ਸਾਨੂੰ ਪਤਾ ਲੱਗਦਾ ਹੈ, ਥੇਲਜ਼ ਥਿਓਰਮ ਤੋਂ ਸਾਡੇ ਕੋਲ ਇੱਕ ਰਿਜ਼ਲਟ ਆਇਆ। ਕੀ ਆਇਆ, AD/DB = AE/EC। ਇਹ ਸਟੇਟਮੈਂਟ ਹੈ ਇਸ ਥਿਓਰਮ ਦੀ ਵੀ ਜੇਕਰ ਇੱਕ ਭੁਜਾ ਦੇ ਸਮਾਂਤਰ ਅਸੀਂ ਕੋਈ ਰੇਖਾ ਖਿੱਚਦੇ ਹਾਂ ਤਾਂ ਬਾਕੀ ਦੋ ਭੁਜਾਵਾਂ ਨੂੰ ਸਮਾਨ ਅਨੁਪਾਤ ਦੇ ਵਿੱਚ ਸਮਾਨ ਰੇਸ਼ੋ ਦੇ ਵਿੱਚ ਉਹ ਵੰਡ ਦਿੰਦੀ ਹੈ। ਹੁਣ ਇਸ ਤੋਂ ਬਾਅਦ ਆਪਾਂ ਜੇ ਗੱਲ ਕਰੀਏ, ਇੱਥੋਂ ਕੱਲਾ ਇਹੀ ਰਿਜ਼ਲਟ ਨਿਕਲ ਕੇ ਨਹੀਂ ਆਇਆ ਬੱਚਿਓ, ਤੁਸੀਂ ਇਹ ਵੀ ਯਾਦ ਰੱਖਣਾ ਹੈ। ਜੇਕਰ ਅਸੀਂ ਇੱਧਰਲੀ ਸਾਈਡ ਤੋਂ AD/ ਮੰਨ ਲਓ ਆ ਸਾਰੀ ਭੁਜਾ AB ਲਗਾਉਂਦੇ ਹਾਂ, ਠੀਕ ਹੈ, ਇੱਧਰਲੀ ਸਾਈਡ ਆਪਣੇ ਕੋਲ AE ਔਰ ਉਸ ਦੇ ਬਟਾ ਆਪਾਂ ਸਾਰੀ ਭੁਜਾ AC ਲਗਾਉਣੇ ਆ, ਤਾਂ ਇਹ ਜਿਹੜੀ ਆਪਣੇ ਕੋਲੇ ਵੈਲਿਊ ਹੈ ਇਹ ਵੀ ਬਰਾਬਰ ਹੁੰਦੀ ਹੈ। ਇਸੇ ਤਰ੍ਹਾਂ ਜੇਕਰ ਅਸੀਂ BD ਦੇ ਬਟੇ AB ਲਗਾਉਣੇ ਆ, ਸਾਰੀ ਭੁਜਾ AB, ਉਸੇ ਤਰ੍ਹਾਂ ਇਸ ਸਾਈਡ EC ਦੇ ਨੀਚੇ ਆਪਾਂ ਲਗਾਉਣੇ ਆ AC, ਤਾਂ ਇਹ ਰਿਜ਼ਲਟ ਵੀ ਇਕੁਅਲ ਹੁੰਦਾ ਹੈ। ਸਿਰਫ ਆਪਾਂ ਇਹ ਗੱਲ ਯਾਦ ਨਹੀਂ ਰੱਖਣੀ ਵੀ AD/DB = AE/EC। ਤੁਸੀਂ ਇਹ ਗੱਲ ਵੀ ਯਾਦ ਰੱਖਣੀ ਹੈ, ਜੇਕਰ AD ਦੇ ਬਟਾ ਅਸੀਂ AB ਲਗਾਉਣੇ ਆ ਔਰ AE ਦੇ ਬਟਾ AC ਲਗਾਉਣੇ ਆ ਤਾਂ ਇਹ ਰਿਜ਼ਲਟ ਹੈ ਜਿਹੜੇ ਦੇ ਸਬ ਰਿਜ਼ਲਟ ਹੈ ਇਹ ਵੀ ਬਰਾਬਰ ਹੁੰਦੇ ਆ। ਇਸੇ ਤਰ੍ਹਾਂ ਜੇ ਅਸੀਂ BD ਦੇ ਬਟਾ AB ਲਗਾਉਣੇ ਆ ਜਾਂ EC ਦੇ ਬਟਾ AC ਲਗਾਉਣੇ ਆ ਤਾਂ ਇਹ ਵੀ ਕੀ ਹੁੰਦੇ ਆ, ਬਰਾਬਰ ਹੁੰਦੇ ਆ। ਇਹਨਾਂ ਦੀ ਸਹਾਇਤਾ ਦੇ ਨਾਲ, ਇਹਨਾਂ ਦੀ ਮਦਦ ਦੇ ਨਾਲ ਅਸੀਂ ਮਲਟੀਪਲ ਚੋਇਸ ਦੇ ਕੁਐਸਚਨ ਕਰਾਂਗੇ। ਤਾਂ ਥੇਲਜ਼ ਥਿਓਰਮ ਦੇ ਵਿੱਚ ਤੁਹਾਨੂੰ ਇਹ ਯਾਦ ਰੱਖਣ ਯੋਗ ਗੱਲ ਹੈ ਵੀ ਜੇਕਰ ਇੱਕ ਭੁਜਾ ਦੇ ਸਮਾਂਤਰ ਅਸੀਂ ਕੋਈ ਰੇਖਾ ਖਿੱਚਦੇ ਹਾਂ ਕਿਸੇ ਟ੍ਰਾਇੰਗਲ ਦੇ ਵਿੱਚ ਤਾਂ ਬਾਕੀ ਦੋ ਭੁਜਾਵਾਂ ਜਿਹੜੀਆਂ ਉਹਨਾਂ ਦਾ ਜਿਹੜਾ ਅਨੁਪਾਤ ਹੈ, ਰੇਸ਼ੋ ਹੈ, ਉਹ ਬਰਾਬਰ ਹੁੰਦਾ, ਜਿਹੜੇ ਅਨੁਪਾਤ ਦੇ ਵਿੱਚ ਉਹ ਵੰਡੀਆਂ ਜਾਂਦੀਆਂ। ਤਾਂ ਇਸ ਤੋਂ ਬਾਅਦ ਸੈਕੰਡ ਆਪਣੇ ਕੋਲ ਜਿਹੜੀ ਥਿਓਰਮ ਹੈ ਇਸ ਚੈਪਟਰ ਦੇ ਵਿੱਚ ਉਹ ਕੀ ਹੈ, the ratio of the areas of two similar triangles is equal to the square of ratio of their corresponding sides। मतलब ਕੀ ਹੈ, ਸਾਡੇ ਕੋਲੇ ਦੋ ਟ੍ਰਾਇੰਗਲ ਨੇ। ਪਹਿਲੀ ਮੰਨ ਲਓ ਸਾਡੇ ਕੋਲ ਟ੍ਰਾਇੰਗਲ ਹੈ ABC और दूसरी ट्रायंगल है PQR। जेकर ये दोनों ट्रायंगल सिमिलर ने, मान लेने हैं असी जी ट्रायंगल ABC है वो सिमिलर है ट्रायंगल PQR दी। जे दोनों ट्रायंगल सिमिलर ने
ਤਾਂ ਇਹਨਾਂ ਦਾ ਜਿਹੜਾ ਏਰੀਆ ਦਾ ਰੇਸ਼ੋ ਹੋਊਗਾ ਦਾ ਰੇਸ਼ੋ ਆਫ ਏਰੀਆ, ਮਤਲਬ ਜਿਹੜਾ ਇਹਨਾਂ ਦੇ ਖੇਤਰਫਲ ਦਾ ਅਨੁਪਾਤ ਹੈ। ਮੰਨ ਲਓ ਪਹਿਲੀ ਦਾ ਖੇਤਰਫਲ ਇਹ ਰੇਸ਼ੋ ਆਪਣੇ ਕੋਲ ਏਰੀਆ ਹੈ ABC, ਏਰੀਆ ABC ਬਟਾ ਏਰੀਆ PQR, ਮਤਲਬ ਦੋਨਾਂ ਦਾ ਜਿਹੜਾ ਸਾਡੇ ਕੋਲ ਰੇਸ਼ੋ ਹੈ ਉਹ ਕੀ ਹੋਊਗਾ, ਜਿਹੜੀਆਂ ਇਹਨਾਂ ਦੀਆਂ ਕੋਰਸਪੋਂਡਿੰਗ ਸਾਈਡਸ ਸੰਗਤ ਭੁਜਾਵਾਂ ਜਿਹੜੀਆਂ, ਮੰਨ ਲਓ AB ਦੇ ਕੋਰਸਪੋਂਡਿੰਗ ਕਿਹੜੀ ਸਾਈਡ ਹੈ PQ, ਇਹਨਾਂ ਦੇ ਰੇਸ਼ੋ ਦਾ ਸਕੁਅਰ ਹੋਊਗਾ। ਕੀ ਲਿਖਿਆ ਹੋਏਗਾ, ਦਾ ਰੇਸ਼ੋ ਆਫ ਏਰੀਆਜ਼ ਆਫ ਟੂ ਸਿਮਿਲਰ ਟ੍ਰਾਇੰਗਲ, ਦੋ ਸਿਮਿਲਰ ਟ੍ਰਾਇੰਗਲਸ ਨੇ ਜਿਹੜੀ ਉਹਨਾਂ ਦਾ ਜਿਹੜਾ ਏਰੀਆ ਹੈ ਉਹ ਕਿਸ ਦੇ ਇਕੁਅਲ ਹੋਊਗਾ, ਦਾ ਸਕੁਅਰ ਆਫ ਰੇਸ਼ੋ ਆਫ देयर ਕੋਰਸਪੋਂਡਿੰਗ ਸਾਈਡਸ, ਜਿਹੜਾ ਸਾਈਡਸ ਦਾ ਰੇਸ਼ੋ ਹੈ ਉਸ ਦੇ ਸਕੁਅਰ ਦੇ ਬਰਾਬਰ ਹੋਏਗਾ। ਇਸੇ ਤਰ੍ਹਾਂ ਜੇ ਆਪਾਂ ਇੱਥੋਂ BC ਲੈਂਦੇ, ਇੱਥੋਂ ਕੀ ਲੈਂਦੇ ਅਸੀਂ QR, ਤਾਂ BC ਬਟਾ QR ਦੇ ਸਕੁਅਰ ਦੇ ਵੀ ਇਹ ਬਰਾਬਰ ਹੋਏਗਾ। ਇਸੇ ਤਰ੍ਹਾਂ ਜੇ ਸਾਡੇ ਕੋਲ ਇਧਰੋਂ ਅਸੀਂ AC ਲੈਂਦੇ ਆ ਤਾਂ ਇਧਰ ਸਾਡੇ ਕੋਲ ਕੀ ਹੋਊ PR। ਇੱਕ ਬੱਚੋ ਇਹਦੇ ਵਿੱਚ ਗੱਲ ਧਿਆਨ ਨਾਲ ਤੁਸੀਂ ਯਾਦ ਰੱਖਣੀ ਹੈ, ਜੇਕਰ ਅਸੀਂ ਉੱਪਰਲੀ ਸਾਈਡ ਦੇਖੋ ਏਰੀਆ ABC ਟ੍ਰਾਇੰਗਲ ਦਾ ਲਿਆ ਤਾਂ ਉੱਪਰ ਸਾਈਡ ਆਪਾਂ ਇਸੇ ਟ੍ਰਾਇੰਗਲ ਦੀ ਹੀ ਲਗਾਉਣੀ ਹੈ। ਜੇ ਨੀਚੇ ਆਪਣੇ ਕੋਲ ਟ੍ਰਾਇੰਗਲ PQR ਹੈ ਤਾਂ ਬਟੇ ਦੇ ਵਿੱਚ ਕਿਹੜੀ ਟ੍ਰਾਇੰਗਲ ਦੀ ਸਾਈਡ ਦੀ ਲੈਣੀ ਹੈ PQR ਦੀਆਂ। ਤਾਂ ਇਸ ਰਿਜ਼ਲਟ ਨੂੰ ਵੀ ਅਸੀਂ ਯਾਦ ਰੱਖਣਾ ਹੈ। ਇਹਦੇ ਨਾਲ ਸੰਬੰਧਿਤ ਪੇਪਰ ਦੇ ਵਿੱਚ NTSC ਦੇ ਵਿੱਚ ਕੁਐਸਚਨ ਜ਼ਰੂਰ ਪੁੱਛਿਆ ਜਾਂਦਾ ਹੈ। ਆਪਾਂ ਇਹਨਾਂ ਦੀ ਰਿਵੀਜ਼ਨ ਵੀ ਕਰਾਂਗੇ ਮਲਟੀਪਲ ਚੋਇਸ ਕੁਐਸਚਨ ਦੀ। ਤੁਹਾਨੂੰ ਟੈਲੀਗ੍ਰਾਮ ਦਾ ਲਿੰਕ ਅਸੀਂ ਸੈਂਡ ਕਰ ਦਾਂਗੇ, ਉਸ ਦੇ ਉੱਪਰ ਤੁਸੀਂ ਜੁਆਇਨ ਕਰ ਜਾਣਾ ਹੈ। ਜਿਹੜੀ ਕੱਲ ਨੂੰ ਅਸੀਂ ਵੀਡੀਓਜ਼ ਦਾ ਪਾਰਟ 2 ਪਾਵਾਂਗੇ ਉਹ ਤੁਸੀਂ ਉਸ ਤੋਂ ਦੇਖ ਲੈਣਾ ਉਸ ਦਾ ਲਿੰਕ। ਅਗਲਾ ਸਾਡੇ ਕੋਲ ਤੀਸਰੀ ਜਿਹੜੀ ਥਿਓਰਮ ਹੈ ਪਾਈਥਾਗੋਰਸ ਥਿਓਰਮ, ਇਸ ਦੇ ਵਿੱਚ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਇੱਕ ਰਾਈਟ ਐਂਗਲ ਟ੍ਰਾਇੰਗਲ, ਇੱਕ ਸਮਕੋਣ ਤਿਕੋਣ ਹੁੰਦੀ ਹੈ ਜਿਹੜੀ, ਉਸ ਦੇ ਵਿੱਚ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ 90 ਦੇ ਕੋਣ ਦੇ ਜਿਹੜੇ ਸਾਹਮਣੇ ਭੁਜਾ ਹੁੰਦੀ ਹੈ ਉਸ ਨੂੰ ਅਸੀਂ ਕਰਣ ਕਹਿੰਦੇ ਆ, ਹਾਈਪੋਟਨਿਊਜ਼ ਕਹਿ ਦਿੰਦੇ ਆ। ਔਰ ਜਿਹੜੀ ਆਪਣੇ ਕੋਲੇ ਆਹ ਸਾਈਡ ਹੈ ਆਪਣੇ ਕੋਲੇ, ਇਸ ਨੂੰ ਅਸੀਂ ਲੰਬ ਬੋਲਦੇ ਹਾਂ ਪਰਪੈਂਡੀਕੂਲਰ, ਔਰ ਇਹ ਸਾਡੇ ਕੋਲੇ ਹੋ ਗਈ ਆਧਾਰ ਥੱਲੇ ਵਾਲੀ ਜਿਸ ਨੂੰ ਅਸੀਂ ਬੇਸ ਕਹਿ ਦਿੰਦੇ ਆ। ਤਾਂ ਸਭ ਤੋਂ ਜਿਹੜੀ ਲੌਂਗੈਸਟ ਟਰਮ ਸਾਈਡ ਹੁੰਦੀ ਹੈ ਇਸ ਦੀ ਰਾਈਟ ਐਂਗਲ ਟ੍ਰਾਇੰਗਲ ਦੀ, ਸਭ ਤੋਂ ਵੱਡੀ ਭੁਜਾ ਉਹ ਕਰਣ ਹੁੰਦੀ ਹੈ, ਇਹ ਯਾਦ ਰੱਖਣਾ। ਤਾਂ ਇਸ ਪਾਈਥਾਗੋਰਸ ਥਿਓਰਮ ਦੇ ਵਿੱਚ ਕੀ ਹੈ, ਇਨ ਰਾਈਟ ਐਂਗਲ ਟ੍ਰਾਇੰਗਲ ਦਾ ਸਕੁਅਰ ਆਫ ਹਾਈਪੋਟਨਿਊਜ਼ ਇਜ਼ ਇਕੁਅਲ ਟੂ ਦਾ ਸਮ ਆਫ ਦਾ ਸਕੁਅਰ ਆਫ ਅਦਰ ਟੂ ਸਾਈਡ, ਮਤਲਬ ਜਿਹੜੀ ਆਪਣੇ ਕੋਲੇ ਹਾਈਪੋਟਨਿਊਜ਼ ਹੈ ਕਰਨ ਹੈ, ਇਸ ਦਾ ਜਿਹੜਾ ਸਕੁਅਰ ਹੋਊਗਾ ਬਾਕੀ ਦੋ ਭੁਜਾਵਾਂ ਦੇ ਵਰਗਾਂ ਦੇ ਜੋੜ ਦੇ ਬਰਾਬਰ ਹੋਊਗਾ, ਮਤਲਬ ਸਮ ਆਫ ਦਾ ਸਕੁਅਰ ਆਫ ਅਦਰ ਟੂ ਸਾਈਡਸ। ਮੰਨ ਲਓ ਇੱਥੋਂ ਕੀ ਰਿਜ਼ਲਟ ਨਿਕਲ ਕੇ ਆਇਆ, ਜਿਹੜਾ AC ਦਾ ਸਕੁਅਰ ਹੈ ਕਰਨ ਦਾ ਸਕੁਅਰ ਹੈ ਉਹ ਕਿਸ ਦੇ ਬਰਾਬਰ ਹੋਏਗਾ, ਲੰਬ ਸਕੁਅਰ ਮਤਲਬ ਪਰਪੈਂਡੀਕੂਲਰ ਦਾ ਸਕੁਅਰ ਔਰ ਆਧਾਰ ਦਾ ਸਕੁਅਰ। ਇਹ ਰਿਜ਼ਲਟ ਆਪਣੇ ਯਾਦ ਵੀ ਹੈ, ਇੱਕ ਵਾਰ ਵੈਸੇ ਮੈਂ ਲਿਖਤਾ। ਇੱਥੋਂ ਇੱਕ ਗੱਲ ਤੁਸੀਂ ਬੱਚਿਓ ਜ਼ਰੂਰ ਇੱਕ ਗੱਲ ਹੋਰ ਯਾਦ ਰੱਖਣੀ ਹੈ ਜਿਹੜੀ ਬਹੁਤ ਇੰਪੋਰਟੈਂਟ ਹੈ, ਕਿਸੇ ਵੀ ਜਦੋਂ ਰਾਈਟ ਐਂਗਲ ਟ੍ਰਾਇੰਗਲ ਦੇ ਵਿੱਚ ਇਸ ਸਮਕੋਣ ਵਾਲੇ ਸਿਖਰ ਤੋਂ, ਮਤਲਬ ਇਸ ਸਿਖਰ ਤੋਂ ਜਦੋਂ ਆਪਾਂ ਇਹਦੇ ਉੱਪਰ ਲੰਬ ਡਰਾ ਕਰਦੇ ਹਾਂ, ਇੱਕ ਪਰਪੈਂਡੀਕੂਲਰ ਡਰਾ ਕਰਦੇ ਹਾਂ, ਤਾਂ ਜਿਹੜੀਆਂ ਇਹ ਆਪਣੇ ਕੋਲੇ ਮੰਨ ਲਓ BD ਅਸੀਂ ਪਰਪੈਂਡੀਕੂਲਰ ਡਰਾ ਕੀਤਾ AC ਦੇ ਉੱਪਰ, BD ਜਿਹੜਾ ਅਸੀਂ ਪਰਪੈਂਡੀਕੂਲਰ ਡਰਾ ਕਰਤਾ AC ਦੇ ਉੱਪਰ, ਤਾਂ ਇੱਕ ਗੱਲ ਯਾਦ ਰੱਖਣੀ, ਜਿਹੜੀਆਂ ਦੋਨੋਂ ਟ੍ਰਾਇੰਗਲ 'ਚ ਬਣੀਆਂ ਸਾਈਡ ਦੇ ਉੱਪਰ, ਪਹਿਲੀ ADB ਔਰ ਇੱਕ ਆਪਣੇ ਕੋਲ ਬਣੀ ਹੈ BDC, ਇਹ ਦੋਨੋਂ ਟ੍ਰਾਇੰਗਲ 'ਚ ਵੱਡੀ ਜਿਹੜੀ ਟ੍ਰਾਇੰਗਲ ਹੈ ABC ਆਪਣੇ ਕੋਲ, ਉਸ ਦੇ ਵੀ ਕੀ ਹੁੰਦੀਆਂ ਸਿਮਿਲਰ ਹੁੰਦੀਆਂ, ਸਮਰੂਪ ਹੁੰਦੀਆਂ। ਇਹ ਗੱਲ ਤੁਸੀਂ ਯਾਦ ਰੱਖਣੀ ਹੈ। ਇੱਕ ਤਾਂ ਇਹ ਛੋਟੀ ਟ੍ਰਾਇੰਗਲ ADB ਔਰ ਇੱਕ ਆਹ ਵਾਲੀ ਛੋਟੀ ਟ੍ਰਾਇੰਗਲ BDC, ਇਹ ਦੋਨੋਂ ਟ੍ਰਾਇੰਗਲ ਸਿਮਿਲਰ ਹੁੰਦੀਆਂ ਜਿਹੜੀ ਆਪਣੀ ਵੱਡੀ ਟ੍ਰਾਇੰਗਲ ਹੈ ABC ਦੇ, ਔਰ ਆਪਸ ਦੇ ਵਿੱਚ ਵੀ ਦੋਨੋਂ ਕੀ ਹੁੰਦੀਆਂ ਇਹ ਸਿਮਿਲਰ ਹੁੰਦੀਆਂ। ਮਤਲਬ ਇਹ ਤਿੰਨੋਂ ਟ੍ਰਾਇੰਗਲ, ਵੱਡੀ ਟ੍ਰਾਇੰਗਲ ਇੱਕ ABC ਔਰ ਜਿਹੜੀਆਂ ਦੋ ਛੋਟੀਆਂ ਬਣੀਆਂ ADB ਔਰ BDC, ਇਹ ਵੀ ਆਪਸ ਦੇ ਵਿੱਚ ਕੀ ਹੁੰਦੀਆਂ ਸਿਮਿਲਰ ਹੁੰਦੀਆਂ। ਇਹਨਾਂ ਰਿਜ਼ਲਟਸ ਨੂੰ ਅਸੀਂ ਜੇ ਯਾਦ ਰੱਖਦੇ ਹਾਂ ਤਾਂ ਆਪਾਂ ਇਸ ਚੈਪਟਰ ਦੇ ਜਿੰਨੇ ਵੀ ਕੁਐਸਚਨ ਹੈ ਅਸੀਂ ਬੜੀ ਆਸਾਨੀ ਨਾਲ ਸੋਲਵ ਕਰ ਸਕਦੇ ਹਾਂ। ਆਓ ਆਪਾਂ ਹੁਣ ਮਲਟੀਪਲ ਚੋਇਸ ਜਿਹੜੇ ਕੁਐਸਚਨ ਹੈ ਉਹਨਾਂ ਦੀ ਰਿਵੀਜ਼ਨ ਕਰਦੇ ਹਾਂ, ਦੇਖਦੇ ਹਾਂ ਕਿਸ ਤਰ੍ਹਾਂ ਦੇ ਕੁਐਸਚਨ ਨੇ। ਹਾਂਜੀ, ਪਹਿਲੇ ਕੁਐਸਚਨ ਦੇ ਵਿੱਚ ਦੇਖੋ ਬੱਚੋ, ਆਪਣੇ ਕੋਲ ਟ੍ਰਾਇੰਗਲ ABC DEF ਦੇ ਸਿਮਿਲਰ ਹੈ। ਜਦੋਂ ਦੋ ਟ੍ਰਾਇੰਗਲ ਸਿਮਿਲਰ ਹੁੰਦੇ ਹੈ ਤਾਂ ਉਹਨਾਂ ਦੀਆਂ ਭੁਜਾਵਾਂ ਦਾ ਜਿਹੜਾ ਅਨੁਪਾਤ ਹੈ, ਮਤਲਬ ਉਹਨਾਂ ਦਾ ਜਿਹੜਾ ਰੇਸ਼ੋ ਹੈ ਉਹ ਬਰਾਬਰ ਹੁੰਦਾ ਹੈ, ਕੋਰਸਪੋਂਡਿੰਗ ਸਾਈਡ ਦਾ ਜਿਹੜਾ ਰੇਸ਼ੋ ਹੈ ਉਹ ਬਰਾਬਰ ਹੁੰਦਾ ਹੈ। ਔਰ ਇੱਕ ਆਪਾਂ ਨੂੰ ਰਿਜ਼ਲਟ ਦੇ ਨਾਲ ਦਿੱਤਾ ਹੋਇਆ DE ਬਰਾਬਰ 2AB ਐਂਡ BC ਬਰਾਬਰ 3 ਸੈਂਟੀਮੀਟਰ, ਦੈਨ EF ਇਜ਼ ਇਕੁਅਲ ਟੂ, ਤਾਂ EF ਦੀ ਜਿਹੜੀ ਵੈਲਿਊ ਅਸੀਂ ਉਹ ਫਾਈਂਡ ਕਰਨੀ ਹੈ। ਬਿਲਕੁਲ ਸਿੰਪਲ ਹੈ। ਦੇਖੋ DE ਜਿਹੜੀ ਸਾਡੇ ਕੋਲ ਹੈ, DE ਦੀ ਵੈਲਿਊ
DE ਇਕੁਅਲ ਟੂ 2AB ਸਾਨੂੰ ਗਿਵਨ ਹੈ। ਜੇਕਰ ਅਸੀਂ ਦੇਖੋ DE ਨੂੰ ਉਧਰ ਬਟੇ ਚ ਲੈ ਜਾਈਏ और 2 ਨੂੰ ਇੱਧਰ ਬਟੇ ਚ ਲੈ ਜਾਈਏ ਤਾਂ ਵੈਲਿਊ ਕੀ ਆ ਗਈ 1/2 ਬਰਾਬਰ ਹੋ ਜਾਏਗਾ AB/DE। दोनों से इधर बटे च ले आए, DE ਨੂੰ उधर बटे च ले गए तो सानू AB/DE की वैल्यू पता लग गई। हुण देखो दोनों ट्रायंगल्स ABC और DEF सानू की दित्तियां होईयां, दोनों ट्रायंगल्स सिमिलर दित्तियां होईयां। तो जिहड़ा AB और DE का जिहड़ा रेशो होवेगा उही रेशो BC और EF का होएगा। यानी इस तो असीं लिख सकते हैं AB/DE बराबर BC/EF, क्योंकि जिहड़ी सिमिलर ट्रायंगल होंदे हैं उन्हां दे जिहड़े साइड जो होंदी है वो प्रपोर्शनल होंदी है, उन्हां दा अनुपात बराबर हुंदा है। तो AB/DE की वैल्यू 1/2 है और BC की वैल्यू सानू 3 गिवन है, वो पुट कर देंगे असीं इत्थे बटा EF। तो क्रॉस मल्टीप्लाई करांगे, EF की 1 नाल मल्टीप्लाई होगी, 2 की मल्टीप्लाई 3 ना कर दो तो कितना आ गया साडे कोले 6 सेंटीमीटर। तो साडा 6 की आ गया साडा आंसर। नैक्सट क्वेश्चन दे विच की है, ट्रायंगल है DEW, एक ट्रायंगल है साडे कोल DE और W। AB इज पैरेलल टू EW। AB एक लाइन है, EW दो की है पैरेलल, ये दोनों साइड आपस च पैरेलल है। AD की वैल्यू है साडे कोल 4 एंड DE की वैल्यू हैगी है 12। आ सारी वैल्यू साडे कोल है 12। उस तो बाद DW की वैल्यू सारी साडे कोल कितनी है 24। फाइंड द वैल्यू ऑफ DB। तो DB की असीं वैल्यू फाइंड करनी है। इस दे विच असीं देखो की करना है, सानू जिहड़ी वैल्यू असीं पता करनी है, देखो असीं वैल्यू किहड़ी पता करनी है DV बटा असीं लगा देंगे DW, इधरली साइड असीं लिखांगे DAD बटा DE। ये मैं तुहानूं स्टार्टिंग दे विच ही दस्सिया सी बच्चों भी जदों भी एक ट्रायंगल दे विच एक लाइन आपां ड्रा करते हैं, तीसरी लाइन दे देखो इस लाइन दे पैरेलल, तो जिहड़ा इन्हां दा रेशो हुंदा हैगा AD आ तां आपां पढ़े होए थे थ्योरम दे विच DA/AE बराबर DB/BW। बट मैं तुहानूं दस्सिया सी भी जिहड़े दूसरे रिजल्ट है 3 रिजल्ट वो भी असीं याद रखने हैं भी इधरों आपां जे सारी आ साइड दे बटा आ सारी साइड लगाउने तो दूसरी साइड भी आपां आ साइड दे बटे आ सारी साइड लगा सकते हैं। तो हुण इत्थे आपां मैं की कीता देखो DW दे बटे मैं DB दे बटे मैं लिखिया DW और इधरली साइड लिखिया मैं DA/DE। तो जो इत्थे वैल्यू पुट करांगे DB की साडे कोल वैल्यू अपने आप आ जाएगी। देखो DW की वैल्यू कितनी है 24 और उस तो बाद AD की वैल्यू है 4 और DE की वैल्यू हैगी है 12। इनू असीं कैंसल कर सकते हैं 1 4 12 और इस तो बाद ये आ गया DB की वैल्यू साडे कोल आ गई 24 की इधर मल्टीप्लाई कर दो, ये कैंसल हो जाएगा 8। तो साडे कोल जिहड़ी वैल्यू आ गई 8 सेंटीमीटर की आ गया, साडा आंसर आ गया। नैक्सट क्वेश्चन दे विच देखो की है साडे कोल दो ट्रायंगल सानू दित्तियां होई हैं। एंगल A है जिहड़ा वो एंगल D दे की है इक्वल है, एंगल A इक्वल टू एंगल D। क्यों? क्योंकि इसकी वैल्यू भी Q है और इसकी वैल्यू भी की है Q। और उस तो बाद एंगल जिहड़ा B है पहली ट्रायंगल का और दूसरी का ट्रायंगल दा एंगल F दोनों सेम है, इसकी वैल्यू भी फाई है, इसकी वैल्यू भी फाई। और जिहड़ा तीसरा एंगल बच गया पहली ट्रायंगल का C और इसका बच गया E, ये अपने आप ही बराबर होंगे। जे एक ट्रायंगल के दो एंगल दूसरी ट्रायंगल के बराबर है तो तीसरा अपने आप बराबर हो जाएगा, C और E बराबर है। तो इधरों जी ट्रायंगल साडे कोले बनी देखो की बन गई ABC। जिस तरह इधर एंगल है उस तरह लिखना आपां। इधरली साइड जी ट्रायंगल है साडे कोले DFE, ये दोनों सिमिलर है। जो भी असीं सिमिलर ट्रायंगल लिखने हैं ध्यान रखना है, जे A एंगल D के इक्वल है तो A इधरों पहला लिखा तो इधर पहला D लिखना है, इधर B है उस तो बाद B किस दे इक्वल है F दे, तो इधर F की लिखना है दूसरी नंबर पे F। तो हुणे दोनों ट्रायंगल आपां नूं पता लग गया सिमिलर है। सानू पूछा कि होया CD की वैल्यू की होगी, C और D की वैल्यू सानू पूछा है काहदे इक्वल होगी। असीं की करना है देखो सानू पता है दो ट्रायंगल सिमिलर है तो इन्हां दा जिहड़ा रेशो होगा साइड दा वो बराबर होगा, साइड जार प्रोपोर्शनल।
ਪਹਿਲਾਂ ਆਪਾਂ ਪਹਿਲੀ ਟ੍ਰਾਇੰਗਲ ਦੀ ਸਾਈਡ ਲਿਖੀ AB, ਤਾਂ ਦੂਸਰੀ ਦੀ ਲਿਖਾਂਗੇ DF, ਯਾਨੀ AB ਸਾਈਡ ਹੈ ਜਿਹੜੀ ਉਹ DF ਦੇ ਪ੍ਰਪੋਰਸ਼ਨਲ ਹੈ। ਉਸ ਤੋਂ ਬਾਅਦ ਦੂਸਰੀ ਇਹਦੀ ਸਾਈਡ ਲਿਖ ਲਈ BC ਜਿਹੜੀ ਆਪਣੇ ਕੋਲ ਹੈ ਉਹ ਕਿਸ ਦੇ ਪ੍ਰਪੋਰਸ਼ਨਲ ਹੈ? FE ਦੇ। ਇਸੇ ਤਰ੍ਹਾਂ ਇਸ ਦੀ ਜਿਹੜੀ ਤੀਸਰੀ ਸਾਈਡ ਹੈ ਟ੍ਰਾਇੰਗਲ ਦੀ, ਪਹਿਲੀ ਦੀ AC ਔਰ ਦੂਸਰੀ ਦੀ ਤੀਸਰੀ ਸਾਈਡ ਕੀ ਹੈ ਸਾਡੇ ਕੋਲ? FDE। ਠੀਕ ਹੈ, ਦੇਖੋ ਦੋ ਟ੍ਰਾਇੰਗਲ ABC ਔਰ DFE ਸਿਮਿਲਰ ਸੀ, ਤੇ ਇਹਨਾਂ ਦੀਆਂ ਸਾਈਡ ਦਾ ਜਿਹੜਾ ਰੇਸ਼ੋ ਆ ਉਹ ਇਕੁਅਲ ਹੋਏਗਾ। ਪਹਿਲੇ ਦੀ ਆਪਾਂ AB ਸਾਈਡ ਲੈਣੀ ਤਾਂ ਦੂਸਰੀ ਦੀ ਕੀ ਲੈਣੀ ਹੋਊਗੀ? DF। ਪਹਿਲੀ ਦੀ ਸਾਈਡ ਅਸੀਂ BC ਲਈ ਤਾਂ ਦੂਸਰੀ ਦੀ ਕੀ ਲੈਣੀ ਹੈ? FE। ਔਰ ਜੇ ਪਹਿਲੀ ਦੀ ਆਪਾਂ ਸਾਈਡ ਲੈਣੇ AC ਤਾਂ ਦੂਸਰੀ ਦੀ ਲੈ ਰਹੇ ਹਾਂ ਆਪਾਂ DE। ਤਾਂ ਹੁਣ ਦੇਖੋ AB ਦੀ ਵੈਲਿਊ, ਇਹ ਤੋਂ ਵੈਲਿਊ ਚੈੱਕ ਲਓ। AB ਦੀ ਵੈਲਿਊ ਦੇਖੋ ਕੀ ਆਪਣੇ ਕੋਲ? AB ਦੀ ਵੈਲਿਊ ਸਾਡੇ ਕੋਲ ਹੈ C ਬਟਾ DF ਦੀ ਵੈਲਿਊ ਦੇਖੋ ਸਾਡੇ ਕੋਲ ਕੀ ਹੈ? DF ਦੀ ਵੈਲਿਊ ਹੈ E। BC ਦੀ ਵੈਲਿਊ ਪੁੱਟ ਕਰ ਦਿਓ A ਔਰ FE ਦੀ ਵੈਲਿਊ ਪੁੱਟ ਕਰ ਦਿਓ, FE ਦੀ ਵੈਲਿਊ ਪੁੱਟ ਕਰ ਦਿਓ D। ਦੇਖੋ ਸਾਨੂੰ ਪਹਿਲੇ ਦੋ ਰਿਜ਼ਲਟ ਵੀ ਸਾਨੂੰ ਪਤਾ ਲੱਗ ਗਿਆ, ਸਾਨੂੰ ਪੁੱਛੀ ਕਾਹਦੀ ਵੈਲਿਊ ਸੀ? CD ਦੀ। ਜੇ ਆਪਾਂ ਕ੍ਰਾਸ ਮਲਟੀਪਲਾਈ ਕਰ ਦਈਏ C ਦੀ ਮਲਟੀਪਲਾਈ D ਨਾਲ CD ਔਰ A ਦੀ ਮਲਟੀਪਲਾਈ E ਨਾਲ ਕਰਾਂਗੇ ਤਾਂ ਇਹ ਆ ਗਿਆ AE। ਤਾਂ ਦੇਖੋ CD ਬਰਾਬਰ AE, ਤਾਂ ਫਸਟ ਆਪਸ਼ਨ ਸਾਡਾ ਆਨਸਰ ਹੋ ਜਾਏ। ਨੈਕਸਟ ਕੁਐਸਚਨ ਹੈ ਸਾਡਾ ਫੋਰਥ ਕੁਐਸਚਨ ਦੇ ਵਿੱਚ ਦੇਖੋ ਕੀ ਹੈ? ਟ੍ਰਾਇੰਗਲ ABC ਦੇ ਵਿੱਚ ਸਾਡੇ ਕੋਲ AB ਦੀ ਵੈਲਿਊ 6 ਸੈਂਟੀਮੀਟਰ ਹੈ, BC ਦੀ ਵੈਲਿਊ 12 ਸੈਂਟੀਮੀਟਰ ਹੈ, CA ਦੀ ਵੈਲਿਊ 6√3 ਸੈਂਟੀਮੀਟਰ ਹੈ। ਦੈਨ ਮੈਜਰ ਦਾ ਐਂਗਲ ਆਫ A, ਤਾਂ ਐਂਗਲ A ਪੁੱਛਿਆ ਹੋਇਆ। ਦੇਖੋ ਪਹਿਲੀ ਸਾਈਡ ਜਿਹੜੀ AB ਹੈ ਉਹ ਸਾਡੇ ਕੋਲ 6 ਹੈ, ਤਾਂ ਅਸੀਂ AB ਸਕੁਅਰ ਕੀਤਾ, AB ਸਕੁਅਰ ਕਿੰਨਾ ਆ ਗਿਆ ਸਾਡੇ ਕੋਲ? 36। ਇਸੇ ਤਰ੍ਹਾਂ ਅਸੀਂ BC ਸਕੁਅਰ ਕੀਤਾ, 12 ਦਾ ਸਕੁਅਰ ਕਰਦੇ ਹਾਂ ਅਸੀਂ ਤਾਂ BC ਸਕੁਅਰ ਕਿੰਨਾ ਆ ਗਿਆ ਸਾਡੇ ਕੋਲ? 124। ਉਸ ਤੋਂ ਬਾਅਦ CA ਦੀ ਵੈਲਿਊ ਸਾਡੇ ਕੋਲ ਹੈ 6√3, ਅਸੀਂ CA ਦਾ ਸਕੁਅਰ ਕਰਦੇ ਹਾਂ, ਜਦੋਂ ਅਸੀਂ CA ਦਾ ਸਕੁਅਰ ਕਰ ਰਹੇ ਹਾਂ, CA ਦਾ ਸਕੁਅਰ ਸਾਡੇ ਕੋਲ ਆ ਜਾਏਗਾ 36 × 3, 6 ਦਾ ਸਕੁਅਰ 36 ਆ ਗਿਆ, √3 ਦਾ ਸਕੁਅਰ ਕਰਾਂਗੇ ਉਹ ਕਿੰਨਾ ਆ ਜਾਏਗਾ? 3। ਤਾਂ 36 ਦੀ ਅਸੀਂ 3 ਨਾਲ ਮਲਟੀਪਲਾਈ ਕਰਦੇ ਹਾਂ, ਆ ਗਿਆ 108। ਜੇ ਅਸੀਂ ਧਿਆਨ ਨਾਲ ਦੇਖੀਏ, ਅਸੀਂ AB ਸਕੁਅਰ ਔਰ CA ਸਕੁਅਰ ਨੂੰ ਜੇ ਅਸੀਂ ਐਡ ਕਰਦੇ ਹਾਂ, AB ਸਕੁਅਰ ਔਰ CA ਸਕੁਅਰ ਨੂੰ ਜੇ ਅਸੀਂ ਐਡ ਕਰਦੇ ਹਾਂ ਤਾਂ ਕਿੰਨੀ ਵੈਲਿਊ ਆਉਂਦੀ ਹੈ? 36 + 108, ਇਹ ਵੈਲਿਊ ਆ ਗਈ 144, ਯਾਨੀ ਇਹ BC ਸਕੁਅਰ ਦੇ ਇਕੁਅਲ ਆ ਗਿਆ। ਤਾਂ ਪਾਇਥਾਗੋਰ ਥਿਓਰਮ ਦੇ ਵਿੱਚ ਅਸੀਂ ਪੜ੍ਹਿਆ ਹੋਇਆ ਹੈ, ਪਾਇਥਾਗੋਰ ਥਿਓਰਮ ਦੇ ਵਿੱਚ ਕੀ ਸੀ? ਜੇਕਰ ਦੋ ਸਾਈਡ ਦਾ ਸਕੁਅਰ ਤੀਸਰੀ ਸਾਈਡ ਦੇ ਇਕੁਅਲ ਆ ਜਾਂਦਾ ਹੈ, ਤੀਸਰੀ ਸਾਈਡ ਦੇ ਸਕੁਅਰ ਦੇ ਇਕੁਅਲ ਆ ਜਾਂਦਾ ਹੈ, ਤਾਂ ਉਹ ਜਿਹੜੀ ਟ੍ਰਾਇੰਗਲ ਹੈ ਉਹ ਰਾਈਟ ਐਂਗਲ ਟ੍ਰਾਇੰਗਲ ਹੈ। ਤੇ ਪਾਇਥਾਗੋਰ ਥਿਓਰਮ ਦਾ ਜਿਹੜਾ ਲਾ ਹੈ ਉਹ ਪੂਰਾ ਹੋ ਰਿਹਾ ਹੈ। ਮਤਲਬ ਸਾਡੇ ਕੋਲ ਕੀ ਹੈ? ਜਿਹੜੀ ਸਭ ਤੋਂ ਵੱਡੀ ਸਾਈਡ ਹੈ ਤੁਸੀਂ ਚੈੱਕ ਕਰੋਗੇ ਉਹ BC ਹੈ, ਤਾਂ BC ਸਾਡਾ ਹਾਈਪੋਟਨਿਊਜ਼ ਹੈ, BC ਸਾਡਾ ਕਰਨ ਹੈ। ਮੰਨ ਲਓ ਜੇ ਅਸੀਂ ਟ੍ਰਾਇੰਗਲ ਡਰਾਅ ਕਰਦੇ ਹਾਂ ਤਾਂ ਸਾਨੂੰ ਪਤਾ ਹੈ ਜਿਹੜੀ BC ਸਾਈਡ ਹੈ ਉਹ ਸਭ ਤੋਂ ਵੱਡੀ ਹੈ, ਤਾਂ BC ਸਾਈਡ 12 ਸੈਂਟੀਮੀਟਰ ਹੈ। ਔਰ ਬਾਕੀ ਮੰਨ ਲਓ ਇੱਥੇ A ਲਿਖ ਦਿੰਦੇ ਹਾਂ ਅਸੀਂ, AB ਸਾਡੇ ਕੋਲ 6 ਸੈਂਟੀਮੀਟਰ ਹੈ ਔਰ CA ਸਾਡੇ ਕੋਲ 6√3 ਸੈਂਟੀਮੀਟਰ। ਸਭ ਤੋਂ ਜਿਹੜੀ ਵੱਡੀ ਸਾਈਡ ਹੁੰਦੀ ਹੈ ਉਹ ਹਾਈਪੋਟਨਿਊਜ਼ ਹੁੰਦੀ ਹੈ ਸਾਡਾ, ਜਾਨੀ ਸਾਡਾ ਕਰਨ ਹੁੰਦੀ ਹੈ। ਔਰ ਹਾਈਪੋਟਨਿਊਜ਼ ਦੇ ਸਾਹਮਣੇ ਜਿਹੜਾ ਐਂਗਲ ਹੁੰਦਾ ਹੈ ਉਹ ਰਾਈਟ ਐਂਗਲ ਹੁੰਦਾ ਹੈ, ਤਾਂ ਜਾਨੀ ਸਾਡੇ ਕੋਲ ਜਿਹੜਾ ਇਹ ਐਂਗਲ ਹੈ, ਇਹ ਐਂਗਲ ਸਾਡੇ ਕੋਲ 90 ਡਿਗਰੀ ਦਾ ਹੈ। ਜਾਨੀ AB BC ਔਰ CA ਸਾਈਡ ਸਾਨੂੰ ਗਿਵਨ ਸੀ, ਅਸੀਂ ਪਾਇਥਾਗੋਰਸ ਲਾ ਦੇ ਨਾਲ ਪਤਾ ਕਰ ਲਿਆ ਵੀ ਜਿਹੜੀ ਟ੍ਰਾਇੰਗਲ ਹੈ ਇਹ ਰਾਈਟ ਐਂਗਲ ਟ੍ਰਾਇੰਗਲ ਹੈ। ਔਰ ਇੱਕ ਗੱਲ ਯਾਦ ਰੱਖਣਾ, ਜਿਹੜੀ ਲਾਰਜੈਸਟ ਸਾਈਡ ਹੈ ਹਾਈਪੋਟਨਿਊਜ਼ BC 12 ਸੈਂਟੀਮੀਟਰ ਹਾਈਐਸਟ ਸਾਈਡ ਸੀ ਸਾਡੀ, ਸੌਰੀ ਲੌਂਗੈਸਟ ਸਾਈਡ ਸੀ, ਜਿਹੜੀ ਸਭ ਤੋਂ ਵੱਡੀ ਵੈਲਿਊ ਹੈ ਉਸ ਦੇ ਸਾਹਮਣੇ ਜਿਹੜਾ ਐਂਗਲ ਹੈ ਉਹ ਸਾਡਾ 90 ਡਿਗਰੀ ਦਾ ਹੋਊਗਾ। ਇਸ ਕਰਕੇ ਜਿਹੜਾ ਇਹ ਸਾਡਾ ਐਂਗਲ ਹੈ ਉਹ 90 ਡਿਗਰੀ ਦਾ। ਨੈਕਸਟ ਕੁਐਸਚਨ ਹੈ ਸਾਡੇ ਕੋਲ, ਏਰੀਆ ਆਫ ਟੂ ਸਿਮਿਲਰ ਟ੍ਰਾਇੰਗਲ ਸਾਨੂੰ ਦਿੱਤਾ ਹੋਇਆ ਹੈ 9:16, ਦਾ ਕੋਰਸਪੋਂਡਿੰਗ ਸਾਈਡਸ ਮਸਟ ਬੀ ਇਨ ਦਾ ਰੇਸ਼ੋ, ਤਾਂ ਸਾਈਡ ਦਾ ਰੇਸ਼ੋ ਪੁੱਛਿਆ ਹੋਇਆ। ਆਪਾਂ ਇੱਕ ਰਿਜ਼ਲਟ ਕੀਤਾ ਸੀਗਾ ਸਟਾਰਟਿੰਗ ਦੇ ਵਿੱਚ ਹੀ, ਮੈਂ ਲਿਖਿਆ ਸੀ ਏਰੀਆ ਆਫ ਟ੍ਰਾਇੰਗਲ ABC ਬਟੇ ਏਰੀਆ ਆਫ ਟ੍ਰਾਇੰਗਲ PQR। ਜੇਕਰ ਦੋ ਸਾਈਡਸ ਦੋ ਟ੍ਰਾਇੰਗਲ 'ਚ ਸਿਮਿਲਰ ਹੈ ਤਾਂ ਉਹਨਾਂ ਦਾ ਜਿਹੜਾ ਸਾਡੇ ਕੋਲ ਏਰੀਆ ਹੁੰਦਾ ਹੈ ਉਹ ਕਾਹਦੇ ਇਕੁਅਲ ਹੁੰਦਾ ਹੈ? ਸਾਈਡਸ ਦੇ ਰੇਸ਼ੋ ਦੇ ਸਕੁਅਰ ਦੇ ਇਕੁਅਲ ਹੁੰਦਾ ਹੈ। ਜੇਕਰ ਦੋ
ਤ੍ਰਿਭੁਜਾਂ ਸਾਡੇ ਕੋਲ ਸਮਰੂਪ ਹੁੰਦੀਆਂ ਹੈ ਤਾਂ ਅਸੀਂ ਪੜ੍ਹਿਆ ਹੋਇਆ ਵੀ ਉਹਨਾਂ ਦਾ ਜਿਹੜਾ ਖੇਤਰਫਲਾਂ ਦਾ ਅਨੁਪਾਤ ਹੈ ਭੁਜਾਵਾਂ ਦੇ ਵਰਗਾਂ ਦੇ ਅਨੁਪਾਤ ਦੇ ਬਰਾਬਰ ਹੁੰਦਾ ਹੈ। ਉਹੀ ਹੁਣ ਜੇ ਤਾਂ ਸਾਨੂੰ ਦੇਖੋ, ਸਾਨੂੰ ਜੇ ਏਰੀਏ ਦਾ ਰੇਸ਼ੋ ਪੁੱਛਿਆ ਹੋਵੇ ਤਾਂ ਅਸੀਂ ਸਾਈਡ ਦਾ ਜਿਹੜਾ ਰੇਸ਼ੋ ਹੁੰਦਾ ਉਸ ਦਾ ਸਕੁਅਰ ਕਰ ਦਿੰਦੇ ਹਾਂ। ਜੇ ਸਾਨੂੰ ਉਲਟਾ ਪੁੱਛਿਆ ਹੋਇਆ ਹੈਗਾ, ਮੰਨ ਕੇ ਚਲੋ ਸਾਨੂੰ ਏਰੀਆ ਦਾ ਰੇਸ਼ੋ ਦਿੱਤਾ ਹੋਇਆ ਹੈਗਾ, ਏਰੀਆ ਆਫ ਟ੍ਰਾਇੰਗਲ ABC ਬਟਾ ਏਰੀਆ ਟ੍ਰਾਇੰਗਲ PQR, ਜੇ ਸਾਨੂੰ ਏਰੀਏ ਦਾ ਰੇਸ਼ੋ ਦਿੱਤਾ ਹੋਇਆ ਔਰ ਸਾਈਡ ਦਾ ਰੇਸ਼ੋ ਪੁੱਛਿਆ ਹੋਇਆ ਤਾਂ ਅਸੀਂ ਕੀ ਕਰਨਾ ਹੈਗਾ, ਸਕੁਅਰ ਰੂਟ ਕਰ ਦੇਣਾ। ਹੁਣ ਸਾਨੂੰ ਦਿੱਤਾ ਹੋਇਆ ਸੀਗਾ ਏਰੀਆ ਆਫ ਟੂ ਸਿਮਿਲਰ ਟ੍ਰਾਇੰਗਲਸ ਆਰ ਇਨ ਦਾ ਰੇਸ਼ੋ 9/16, ਤਾਂ ਸਾਨੂੰ ਪੁੱਛਿਆ ਕੀ ਹੋਏਗਾ, ਸਾਈਡਸ ਮਸਟ ਬੀ ਇਨ ਦਾ ਰੇਸ਼ੋ, ਸਾਈਡ ਦਾ ਰੇਸ਼ੋ ਸਾਨੂੰ ਪੁੱਛਿਆ ਹੋਇਆ, ਅਸੀਂ ਸਾਈਡ ਦਾ ਰੇਸ਼ੋ ਅਸੀਂ ਫਾਈਂਡ ਕਰਨਾ ਤਾਂ ਅਸੀਂ ਸਕੁਅਰ ਏਰੀਆ ਦਾ ਜਿਹੜਾ ਰੇਸ਼ੋ ਹੈ ਉਸ ਦਾ ਕੀ ਕਰ ਦੇਣਾ, ਸਕੁਅਰ ਰੂਟ। ਤਾਂ 9 ਦਾ ਜਿਹੜਾ ਸਾਡੇ ਕੋਲੇ ਸਕੁਅਰ ਰੂਟ ਆ ਉਹ 3 ਆ ਜਾਏਗਾ ਔਰ 16 ਦਾ ਸਕੁਅਰ ਰੂਟ ਸਾਡੇ ਕੋਲ ਕਿੰਨਾ ਆ ਜਾਏਗਾ, 4। ਤਾਂ ਸਾਡਾ ਆਨਸਰ ਕੀ ਆ ਗਿਆ, 3/4। ਤਾਂ 3/4 ਸਾਡਾ ਕੀ ਹੈ, ਰਾਈਟ ਆਨਸਰ ਹੈ। ਤੇ ਸਾਡੇ ਕੋਲੇ ਪਹਿਲੀ ਐਕਸਰਸਾਈਜ਼ ਦੇ ਅਸੀਂ 5 ਕੁਐਸਚਨ ਕਰ ਲਏ। ਨੈਕਸਟ ਕੁਐਸਚਨ ਕਰਦੇ ਹਾਂ ਉਸ ਤੋਂ ਬਾਅਦ ਵਾਲੇ। ਉਸ ਤੋਂ ਬਾਅਦ 6th ਕੁਐਸਚਨ ਦੇ ਵਿੱਚ ਦੇਖੋ ਸਾਡੇ ਕੋਲ ਕੀ ਹੈਗਾ, ਇਨ ਦਾ ਫਿਗਰ ਟ੍ਰਾਇੰਗਲ ABC ਇਜ਼ ਸਿਮਿਲਰ ਟੂ, ਟ੍ਰਾਇੰਗਲ ABC ਦੱਸਣਾ ਸੀ ਕਿਹੜੀ ਟ੍ਰਾਇੰਗਲ ਦੇ ਸਿਮਿਲਰ ਹੈ। ਤਾਂ ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਵੀ ਦੱਸਿਆ ਸੀਗਾ, ਇਹ ਤੋਂ ਪਹਿਲਾਂ ਵੀ ਆਪਾਂ ਇੱਕ ਕੁਐਸਚਨ ਕੀਤਾ ਸੀ। ਦੇਖੋ ਇੱਥੇ ਆਹ ਵਾਲਾ ਐਂਗਲ ਕੁਐਸਚਨ ਕੀਤਾ ਸੀ, A ਐਂਗਲ ਕਿਸ ਦੇ ਇਕੁਅਲ ਸੀਗਾ, D ਦੇ, ਔਰ B ਐਂਗਲ ਸੀਗਾ F ਦੇ। ਤਾਂ ਉਸੇ ਤਰ੍ਹਾਂ ਹੀ ਮੈਂ ਨਾਮ ਲਿਖੇ ਸੀ ਇਸ ਤਰ੍ਹਾਂ, ਤੇ ਇੱਧਰ ਵੀ ਸੇਮ ਪ੍ਰੋਸੀਜਰ ਨਾਲ ਕਰਨਾ ਆਪਾਂ ਕੁਐਸਚਨ ਨੂੰ। ਦੇਖੋ ਜੇ ਆਪਾਂ ਧਿਆਨ ਨਾਲ ਦੇਖੀਏ, ਜਿਹੜੀ ਪਹਿਲੀ ਟ੍ਰਾਇੰਗਲ ਹੈ, ਮੈਂ ਪਹਿਲੀ ਟ੍ਰਾਇੰਗਲ ਲਿਖ ਲੈਣਾ, ਉਸ ਦੇ ਐਂਗਲ ਕੀ ਹੈ, ਇੱਕ ਤਾਂ A, ਉਹ ਟ੍ਰਾਇੰਗਲ ਹੈ ਸਾਡੇ ਕੋਲ ABC। ਤਾਂ ABC ਟ੍ਰਾਇੰਗਲ ਦੇ ਵਿੱਚ ਤੁਸੀਂ ਦੇਖੋਗੇ AB ਜਿਹੜੀ ਸਾਈਡ ਆ ਉਹ 16 ਹੈ, AB ਜਿਹੜੀ ਸਾਈਡ ਆ ਉਹ ਕੀ ਹੈ, 16। ਉਸ ਤੋਂ ਬਾਅਦ ਐਂਗਲ ਜਿਹੜਾ ਉਸ ਦਾ B ਐਂਗਲ ਹੈ, ਟ੍ਰਾਇੰਗਲ ABC ਦੀ ਗੱਲ ਕਰ ਰਹੇ ਹਾਂ, ਉਸ ਦਾ B ਐਂਗਲ ਕਿੰਨਾ ਹੈ, 53। ਔਰ ਉਸ ਤੋਂ ਬਾਅਦ ਉਸ ਦੀ ਜਿਹੜੀ ਸਾਈਡ BC ਹੈ ਉਹ ਕਿੰਨੀ ਹੈ ਸਾਡੇ ਕੋਲ, 24। ਦੂਸਰੀ ਟ੍ਰਾਇੰਗਲ ਜਿਹੜੀ ਅਸੀਂ ਜਿਹਦੇ ਦੇਖਣਾ ਵੀ ਸਿਮਿਲਰ ਹੈ, ਉਸ ਦੇ ਵਿੱਚ ਦੇਖੀਏ, ਆ ਫਸਟ ਟ੍ਰਾਇੰਗਲ ਸੀ ਸਾਡੀ, ਇਸ ਦੀ ਜਿਹੜੀ ਮੈਜਰਮੈਂਟ ਆ ਉਹ ਲਿਖਤੀ ਆਪਾਂ। ਇਸ ਕੁਐਸਚਨ ਦੇ ਵਿੱਚ ਦੇਖੋ ਬੱਚਿਓ ਧਿਆਨ ਨਾਲ, ਜੇਕਰ ਅਸੀਂ AB ਬਟਾ BC ਦੀ ਵੈਲਿਊ ਫਾਈਂਡ ਕਰਦੇ ਹਾਂ ਤਾਂ ਇਹ ਆ ਗਈ 16/24, 16/24 AB ਬਟਾ BC। ਤਾਂ ਇਹਨੂੰ ਜੇ ਆਪਾਂ ਕੈਂਸਲ ਕਰਦੇ ਹਾਂ, 8 × 2 16, 8 × 3 24, ਇਹ ਆ ਗਿਆ 2/3 ਆ ਗਿਆ 2/3। ਹੁਣ ਜੇ ਅਸੀਂ CB ਬਟਾ CD ਦੀ ਵੈਲਿਊ ਫਾਈਂਡ ਕਰੀਏ, ਦੇਖੋ CB ਬਟਾ CD, ਤੇ ਇਹ ਆ ਗਿਆ 24/36, ਇਹ ਵੀ ਕੈਂਸਲ ਹੋ ਜਾਣਗੇ। ਤਾਂ ਇਹਦੀ ਵੈਲਿਊ ਵੀ ਆ ਗਈ 2/3, 2/3। ਹੁਣ ਅਸੀਂ ਦੇਖੋ ਪਹਿਲੀ ਟ੍ਰਾਇੰਗਲ ਔਰ ਦੂਸਰੀ ਟ੍ਰਾਇੰਗਲ ਦੇ ਵਿੱਚ ਦੋ ਸਾਈਡਾਂ ਦਾ, ਇਹਨਾਂ ਦੋਨਾਂ ਸਾਈਡਾਂ ਦਾ ਜਿਹੜਾ ਰੇਸ਼ੋ ਹੈ 2/3 ਹੈ। ਇਹਨਾਂ ਦੂਸਰੀ ਟ੍ਰਾਇੰਗਲ ਦੇ ਵਿੱਚ ਇਹਨਾਂ ਦੋਨਾਂ ਸਾਈਡਾਂ ਦਾ ਜਿਹੜਾ ਰੇਸ਼ੋ ਹੈ ਉਹ ਵੀ 2/3 ਹੈ। ਤੇ ਉਹਨਾਂ ਸਾਈਡਾਂ ਨੂੰ ਬਣਾਉਣ ਵਾਲਾ ਜਿਹੜਾ ਉਹਨਾਂ ਦੇ ਵਿੱਚ ਵਾਲਾ ਜਿਹੜਾ ਐਂਗਲ ਹੈ B, ਐਂਗਲ B ਕਿਸ ਦੇ ਇਕੁਅਲ ਹੈ, ਦੂਸਰੀ ਸਾਈਡ ਦੇ ਵਿੱਚ ਵੀ ਐਂਗਲ B ਦੇ ਹੀ ਇਕੁਅਲ ਹੈ। ਦੋਨਾਂ ਟ੍ਰਾਇੰਗਲ ਦੇ ਵਿੱਚ ਆਹ ਵਾਲਾ ਐਂਗਲ ਹੈ ਜਿਹੜਾ ਦੋਨਾਂ ਸਾਈਡਾਂ ਦੇ ਵਿੱਚ 53 ਡਿਗਰੀ ਦਾ, ਇਸ ਟ੍ਰਾਇੰਗਲ ਦੇ ਵਿੱਚ ਵੀ 53 ਡਿਗਰੀ ਦਾ ਇਹ। ਤਾਂ ਆਪਾਂ ਇੱਕ ਰੂਲ ਪੜ੍ਹਿਆ ਹੋਇਆ ਹੈਗਾ SAS, ਸਾਈਡ ਐਂਗਲ ਸਾਈਡ। ਸਿਮਿਲਰ ਕਰਨ ਲਈ, ਟ੍ਰਾਇੰਗਲਸ ਨੂੰ ਸਿਮਿਲਰ ਕਰਨ ਦੇ ਲਈ ਇੱਕ ਰੂਲ ਹੈ, ਸਾਈਡ ਐਂਗਲ ਸਾਈਡ ਦੇ ਦੋ ਸਾਈਡ ਦਾ ਰੇਸ਼ੋ ਔਰ ਉਹਨਾਂ ਦੇ ਵਿਚਕਾਰਲਾ ਕੋਣ ਦੂਸਰੀ ਤ੍ਰਿਭੁਜ ਦੇ ਦੋ ਸਾਈਡਾਂ ਦੇ ਰੇਸ਼ੋ ਔਰ ਵਿਚਾਰਲੇ ਕੋਣ ਦੇ ਵਿੱਚ ਬਰਾਬਰ ਹੋਵੇ ਤਾਂ ਦੋਨੋਂ ਟ੍ਰਾਇੰਗਲਸ ਸਿਮਿਲਰ ਹੁੰਦੀਆਂ। ਇਸ ਕਰਕੇ ਜਿਹੜੀ ਟ੍ਰਾਇੰਗਲ ABC ਹੈ ਉਹ ਸਿਮਿਲਰ ਹੋ ਜਾਏਗੀ ਟ੍ਰਾਇੰਗਲ ABC, ਟ੍ਰਾਇੰਗਲ ਹੋ ਗਈ ਸਿਮਿਲਰ CBD ਦੇ, ਟ੍ਰਾਇੰਗਲ CBD। ਦੇਖੋ ਇੱਥੋਂ ਆਪਾਂ ਪਹਿਲੀ ਸਾਈਡ A ਤੋਂ ਸ਼ੁਰੂ ਕੀਤੀ ਸੀ, ABC, ਇਹਦੇ ਵਿੱਚ ਆਪਾਂ C ਤੋਂ ਸ਼ੁਰੂ ਕੀਤੀ ਸੀ, CBD। ਤਾਂ ਇਹਦਾ ਰਾਈਟ ਆਪਸ਼ਨ ਕੀ ਹੋਏਗਾ, CBD। ਫੋਰਥ ਆਨਸਰ ਹੈ ਜਿਹੜਾ ਸਹੀ ਹੈ। ਬਾਕੀ ਦੇ ਜਿਹੜੇ ਐਕਸਰਸਾਈਜ਼ ਸਾਡੇ ਕੋਲੇ ਬਚ ਗਈਆਂ, ਅਗਲਾ ਕੁਐਸਚਨ ਆਪਣੇ ਕੋਲੇ 7th ਕੁਐਸਚਨ ਦੇਖੋ ਕੀ ਹੈ, ਟ੍ਰਾਇੰਗਲ AMB ਸਿਮਿਲਰ ਟੂ ਟ੍ਰਾਇੰਗਲ CMD, ਆਲਸੋ ਏਰੀਆ ਟ੍ਰਾਇੰਗਲ AMB ਦਾ ਜਿਹੜਾ ਡਬਲ ਹੈ ਉਹ ਕਾਹਦੇ ਇਕੁਅਲ ਹੈ, ਏਰੀਆ ਟ੍ਰਾਇੰਗਲ CMD। ਤਾਂ ਲੈਂਥ ਆਫ MD ਅਸੀਂ ਫਾਈਂਡ ਕਰਨੀ ਹੈ। ਦੇਖੋ ਇਹ ਦੋਨੋਂ ਟ੍ਰਾਇੰਗਲ ਸਿਮਿਲਰ ਹੈ AMB ਔਰ CMD। ਤਾਂ ਸਾਨੂੰ ਪਤਾ ਹੈ ਦੋ ਟ੍ਰਾਇੰਗਲ ਜਦੋਂ ਸਿਮਿਲਰ ਹੁੰਦੇ ਹੈ ਉਹਨਾਂ ਦਾ ਜਿਹੜਾ ਏਰੀਆ ਹੁੰਦਾ ਹੈ, ਏਰੀਆ AMB
ਬਟਾ ਏਰੀਆ CMD, ਦੋਨੋਂ ਟ੍ਰਾਇੰਗਲ ਦਾ ਏਰੀਆ ਉਹਨਾਂ ਦਾ ਜਿਹੜਾ ਰੇਸ਼ੋ ਹੋਊਗਾ ਕਿਸ ਦੇ ਇਕੁਅਲ ਹੁੰਦਾ ਹੈ, ਸਾਈਡਸ ਦੇ ਜਿਹੜੀ ਸਾਈਡਸ ਹੁੰਦੀਆਂ ਉਸ ਦੇ ਰੇਸ਼ੋ ਦੇ ਸਕੁਅਰ ਦੇ ਬਰਾਬਰ ਹੁੰਦਾ, ਇਹ ਸਾਨੂੰ ਪਤਾ ਹੈ। ਦੇਖੋ ਅਸੀਂ MD ਦੀ ਵੈਲਿਊ ਫਾਈਂਡ ਕਰਨੀ, MD ਪਹਿਲੀ ਟ੍ਰਾਇੰਗਲ ਦੇ ਵਿੱਚ ਅਸੀਂ MD, ਦੇਖੋ ਦੂਸਰੀ ਟ੍ਰਾਇੰਗਲ ਦੇ ਵਿੱਚ ਜਿਹੜੀ MD ਆ ਉਹ ਆ ਰਹੀ, ਪਹਿਲੀ ਦੇ ਵਿੱਚ ਕੀ ਇੱਥੇ MB, ਤਾਂ ਆਪਾਂ ਇਹਨਾਂ ਦੋਨੋਂ ਸਾਈਡਸ ਦਾ ਰੇਸ਼ੋ ਹੀ ਲੈਣਾ ਹੈ। ਜਿਹੜੀ ਲੈਂਥ ਅਸੀਂ ਫਾਈਂਡ ਕਰਨੀ ਹੈ, ਦੇਖੋ ਦੋਨੋਂ ਟ੍ਰਾਇੰਗਲ ਸਿਮਿਲਰ ਹੈ, ਅਸੀਂ MD ਦੀ ਵੈਲਿਊ ਫਾਈਂਡ ਕਰਨੀ ਹੈ, ਤਾਂ ਅਸੀਂ ਜਿਹੜਾ ਰੇਸ਼ੋ ਦੋ ਸਾਈਡਸ ਦਾ ਲੈਣਾ ਹੈ ਉਹ ਵਾਲੀ ਜਿਹੜੀ ਸਾਈਡ ਦੀ ਅਸੀਂ ਵੈਲਿਊ ਫਾਈਂਡ ਕਰਨੀ ਹੈ ਉਹਨਾਂ ਦੇ ਵਿਚਕਾਰ ਜ਼ਰੂਰ ਲੈਣੀ ਹੈ। ਠੀਕ ਹੈ, ਦੋ ਟ੍ਰਾਇੰਗਲ ਜੇ ਸਿਮਿਲਰ ਹੈ ਤਾਂ ਸਾਈਡ ਜਿਹੜਾ ਰੇਸ਼ੋ ਹੋਊਗਾ ਏਰੀਆ ਦਾ ਸਾਈਡ ਦੇ ਸਕੁਅਰ ਦੇ ਰੇਸ਼ੋ ਦੇ ਸਕੁਅਰ ਦੇ ਬਰਾਬਰ ਹੁੰਦਾ ਹੈ। ਅਸੀਂ ਕੋਈ ਵੀ ਦੋ ਸਾਈਡ 'ਚ ਲੈ ਸਕਦੇ ਹਾਂ ਕੋਰਸਪੋਂਡਿੰਗ ਸਾਈਡ 'ਚ। ਮੰਨ ਲਓ ਪਹਿਲਾਂ ਆਪਾਂ ਇੱਕ ਇੱਧਰੋਂ MD ਲਈ ਤਾਂ ਇੱਧਰੋਂ ਕੀ ਲੈ ਲਈ MB। ਹੁਣ ਦੇਖੋ ਇਹਨਾਂ ਨੇ ਦਿੱਤਾ ਹੋਇਆ ਹੈ ਏਰੀਆ CMD ਕਿਹਦੇ ਇਕੁਅਲ ਹੈ 2 ਇੰਟੂ ਏਰੀਆ AMB। ਆਪਾਂ CMD ਦਾ ਜਿਹੜਾ ਏਰੀਆ ਉਸ ਦੀ ਵੈਲਿਊ ਪੁੱਟ ਕਰ ਦਿੰਦੇ ਹਾਂ, ਇਹਦੀ ਜਗ੍ਹਾ ਤੇ ਅਸੀਂ ਵੈਲਿਊ ਪੁੱਟ ਕਰ ਦਿੰਦੇ ਹਾਂ 2 ਇੰਟੂ ਏਰੀਆ AMB, ਕਿਉਂਕਿ ਆਪਾਂ ਨੂੰ ਦੇਖੋ ਦਿੱਤਾ ਹੋਇਆ ਜਿਹੜਾ ਆ ਏਰੀਆ ਉਹ ਇਸ ਦੇ ਏਰੀਆ ਦੇ ਡਬਲ ਦੇ ਬਰਾਬਰ ਹੈ। ਇਹਦੀ ਆਪਾਂ ਵੈਲਿਊ ਪੁੱਟ ਕਰਤੀ ਇਕੁਅਲ ਟੂ MB ਬਟਾ MD ਦਾ ਸਕੁਅਰ। ਇਹਦੇ ਨਾਲ ਏਰੀਆ ਕੈਂਸਲ ਹੋ ਗਿਆ। ਇਧਰੋਂ ਜੋ ਸਕੁਅਰ ਹਟਾਵਾਂਗੇ ਇੱਧਰ ਕੀ ਹੋ ਜਾਊਗਾ ਸਕੁਅਰ ਰੂਟ, ਇੱਧਰ 1/2 ਦਾ ਸਕੁਅਰ ਰੂਟ MB ਬਟਾ MD। ਉਸ ਤੋਂ ਬਾਅਦ ਕੀ ਆ ਹੁਣ ਸਾਡੇ ਕੋਲ, ਦੇਖੋ ਅਸੀਂ ਕ੍ਰਾਸ ਮਲਟੀਪਲਾਈ ਕਰਾਂਗੇ। ਆਪਾਂ MD ਦੀ ਵੈਲਿਊ ਕੱਢਣੀ ਸੀ, 1 ਦਾ ਸਕੁਅਰ ਰੂਟ 1 ਹੋ ਜਾਏਗਾ, MD ਦੀ 1 ਨਾਲ ਮਲਟੀਪਲਾਈ ਕਰਤੀ ਔਰ √2 ਦੀ ਮਲਟੀਪਲਾਈ MB ਨਾਲ ਕਰਤੀ, ਤਾਂ ਇਹਦੇ ਵਿੱਚ ਸਾਡੇ ਕੋਲ ਜਿਹੜਾ ਫਸਟ ਆਪਸ਼ਨ ਹੈ ਸਾਡਾ ਕੀ ਹੋ ਗਿਆ ਆਨਸਰ ਹੋ ਗਿਆ। ਠੀਕ ਹੈ ਬੱਚਿਓ, ਸਮਝ ਆ ਰਹੀ ਹੈ। ਅਗਲਾ ਕੁਐਸਚਨ ਸਾਡੇ ਕੋਲ ਦੇਖੋ ਕੀ ਹੈ, ਇਨ ਦਾ ਫਿਗਰ ਲੈਂਥ ਆਫ AE, ਲੈਂਥ ਆਫ AE ਹੈ ਜਿਹੜੀ ਅਸੀਂ ਉਹ ਫਾਈਂਡ ਕਰਨੀ ਹੈ। ਦੇਖੋ ਰਾਈਟ ਐਂਗਲ ਟ੍ਰਾਇੰਗਲ ਦੇ ਵਿੱਚ ਇੱਕ ਗੱਲ ਯਾਦ ਰੱਖਣੀ ਹੈ। ਦੇਖੋ ਸਭ ਤੋਂ ਪਹਿਲਾਂ ਆਪਾਂ ਰਾਈਟ ਐਂਗਲ ਟ੍ਰਾਇੰਗਲ ਬਣਾਉਣੇ ਆ। ਇੱਕ ਮੰਨ ਲਓ ਆਹ ਸਾਈਡ ਸਾਡੇ ਕੋਲ 3 ਆ 4 ਹੋਏ, ਆਹ ਸਾਡੇ ਕੋਲ ਕੀ ਹੁੰਦੀ ਹੈ 5, ਕਿਉਂਕਿ 3 ਸਕੁਅਰ ਪਲੱਸ 4 ਸਕੁਅਰ ਜਦੋਂ ਆਪਾਂ ਕਰਾਂਗੇ 9 ਪਲੱਸ 16 25 ਆ ਜਾਏਗਾ, ਉਸਦਾ ਸਕੁਅਰ ਰੂਟ ਕਿੰਨਾ ਆ ਜਾਏਗਾ 5। ਪਾਇਥਾਗੋਰਸ ਥਿਓਰਮ ਦੇ ਥੋੜੇ ਛੋਟੇ ਰਿਜ਼ਲਟ ਹੈ ਜਿਹੜੇ, ਇਹਨਾਂ ਨੂੰ ਅਸੀਂ ਯਾਦ ਹੀ ਰੱਖ ਲੈਂਦੇ ਹਾਂ ਤਾਂ ਕਿ ਆਪਣਾ ਟਾਈਮ ਬਚ ਜੇ। ਜੇ 6 ਹੁੰਦੀ ਹੈ 8 ਹੁੰਦੀ ਹੈ, ਸਾਡੇ ਕੋਲ ਕਿੰਨੀ ਆਉਂਦੀ ਹੈ 10, 6 ਦਾ ਵਰਗ 36 ਹੋ ਜਾਏਗਾ, 8 ਦਾ 64, 36 ਤੇ ਜਦੋਂ 64 ਨੂੰ ਜੋੜਾਂਗੇ 100 ਦਾ ਵਰਗਮੂਲ ਕਿੰਨਾ ਆ ਗਿਆ 10। ਤੇ ਇਸੇ ਤਰ੍ਹਾਂ ਹੁਣ ਆਪਾਂ ਧਿਆਨ ਨਾਲ ਦੇਖੀਏ, ਦੇਖੋ 3 ਔਰ 4 ਹੈ ਤਾਂ ਸਾਨੂੰ ਪਤਾ ਹੈਗਾ ਰਾਈਟ ਐਂਗਲ ਹੈ ਟ੍ਰਾਇੰਗਲ ਹੈ, ਇਹ 90 ਦਾ ਕੋਣ ਬਣਨਾ, ਤਾਂ ਸਾਡੇ ਕੋਲ ਜਿਹੜੀ ਸਾਈਡ ਹੈ ਕਿੰਨੀ ਆਊਗੀ ਸਾਡੇ ਕੋਲ 5 ਆਊਗੀ। ਇਸੇ ਤਰ੍ਹਾਂ ਆ 8 ਹੈ, ਆ 6 ਹੈ, ਸਾਨੂੰ ਪਤਾ ਹੈ ਆ ਕਿੰਨੀ ਆਊਗੀ ਸਾਡੇ ਕੋਲ 10। ਹੁਣ ਦੇਖੋ ਆ ਜਿਹੜਾ ਐਂਗਲ ਹੈ ਇਹ ਵੀ 90 ਡਿਗਰੀ ਦਾ ਐਂਗਲ ਸਾਨੂੰ ਗਿਵਨ ਹੈ, ਤਾਂ ਜਿਹੜੀ ਆਹ ਟ੍ਰਾਇੰਗਲ ਸਾਡੇ ਕੋਲੇ ਬਣ ਗਈ ਜਿਹੜੀ ਨੂੰ ਮੈਂ ਫਸਟ ਨਾਮ ਦੇਤਾ, ਇਹ ਰਾਈਟ ਐਂਗਲ ਟ੍ਰਾਇੰਗਲ ਹੈ। ਤੇ ਇਹਦੇ ਵਿੱਚ ਆਪਾਂ H ਯਾਨੀ ਹਾਈਪੋਟਨਿਊਜ਼ ਅਸੀਂ ਫਾਈਂਡ ਕਰਨਾ ਹੈਗਾ, ਕਿਉਂਕਿ ਆਹ ਲੰਬ ਹੋ ਗਿਆ, ਆਹ ਆਧਾਰ ਹੋ ਗਿਆ, ਅਸੀਂ ਫਾਈਂਡ ਕਰਨਾ। ਤਾਂ ਉਹਦਾ ਜਿਹੜਾ ਫਾਰਮੂਲਾ ਪਾਇਥਾਗੋਰਸ ਥਿਓਰਮ ਦੇ ਨਾਲ ਅਸੀਂ ਕੀ ਕਰਾਂਗੇ, 10 ਦਾ ਸਕੁਅਰ ਔਰ 5 ਦਾ ਸਕੁਅਰ, ਉਸ ਦਾ ਸਕੁਅਰ ਰੂਟ ਕਰ ਦਾਂਗੇ ਤਾਂ ਸਾਡੇ ਕੋਲ ਕੀ ਆ ਜਾਊਗਾ ਹਾਈਪੋਟਨਿਊਜ਼ ਆ ਜਾਊਗਾ। H ਦੀ ਵੈਲਿਊ ਆ ਜਾਊਗੀ, ਇਹ ਆ ਜਾਊਗਾ 100 25, ਇਹ ਆ ਗਿਆ ਸਾਡੇ ਕੋਲੇ 5 ਦਾ ਸਕੁਅਰ ਕਰਤਾ 125। ਇਸ ਨੂੰ ਅਸੀਂ ਲਿਖ ਸਕਦੇ ਹਾਂ 25 ਇੰਟੂ 5, ਤਾਂ 25 ਦਾ ਜਿਹੜਾ ਸਕੁਅਰ ਰੂਟ ਹੈ ਉਹ 5 ਆ ਜਾਏਗਾ। 5√5 ਸਾਡੇ ਕੋਲੇ ਕੀ ਆ ਗਿਆ ਸਾਡਾ ਆਨਸਰ, ਇਹਦੇ ਵਿੱਚ ਚੈੱਕ ਕਰ ਲਓ 5√5। ਤਾਂ ਜਿਹੜੇ ਬਾਕੀ ਦੇ ਕੁਐਸਚਨ ਬੱਚੇ ਉਹ ਬਚ ਗਏ, ਜਿਹੜੇ ਇਸ ਐਕਸਰਸਾਈਜ਼ ਦੇ ਕੁਝ ਕੁਐਸਚਨ ਨੇ ਤੇ ਕੁਝ ਜਿਹੜੇ ਪਹਿਲਾਂ NTSC ਦੇ ਵਿੱਚ ਆਏ ਹੋਏ ਜਿੰਨੇ ਵੀ ਕੁਐਸਚਨ ਆ ਉਹਨਾਂ ਦਾ ਅਸੀਂ ਸੈਕੰਡ ਪਾਰਟ ਕੱਲ ਨੂੰ ਤੁਹਾਨੂੰ ਸੈਂਡ ਕਰ ਦਾਂਗੇ, ਉੱਥੋਂ ਤੁਸੀਂ ਉਸ ਦੀ ਰਿਵੀਜ਼ਨ ਕਰਨੀ ਹੈ। ਤੇ ਇਹਨਾਂ ਸਾਰੇ ਕੁਐਸਚਨ ਦਾ ਤੁਸੀਂ ਪ੍ਰੈਕਟਿਸ ਕਰਨੀ ਹੈ, ਜਿਸ ਦੇ ਨਾਲ ਆਪਣਾ NTSC ਦੇ ਵਿੱਚ ਬਹੁਤ ਹੈਲਪ ਮਿਲੂਗੀ, ਤੇ ਇਸ ਦੀ ਵੱਧ ਤੋਂ ਵੱਧ ਰਿਵੀਜ਼ਨ ਕਰਨੀ ਹੈ।